स्टूडेंट्स तुसी ACE 5th ਸਮੈਸਟਰ ਦਾ ਸਬਜੈਕਟ MCES ਹੁਣ ਸਟੱਡੀ ਕਰਨ ਜਾ ਰਹੇ ਹੋ। MCES ਦਾ ਮਤਲਬ ਹੈ ਮਾਈਕਰੋ ਕੰਟਰੋਲਰ ਐਂਡ ਇੰਬੈਡਡ ਸਿਸਟਮਸ। MC ਵਰਡ ਹੈ ਮਾਈਕਰੋ ਕੰਟਰੋਲਰ, ES ਵਰਡ ਹੈ ਇੰਬੈਡਡ ਸਿਸਟਮਸ। ਮੀਨਸ ਦੋ ਟਰਮ ਆਪਾਂ ਇੱਥੇ ਯੂਜ਼ ਕਰ ਰਹੇ ਹਾਂ। ਹੁਣ ਇਹ ਜਿਹੜਾ ਸਬਜੈਕਟ ਹੈ, ਇਹ ਸਬਜੈਕਟ ਕਾਫੀ ਤੁਸੀਂ ਦੇਖੋਗੇ ਪ੍ਰੈਕਟੀਕਲੀ। ਜਿਹੜੇ ਇੰਬੈਡਡ ਸਿਸਟਮਸ ਹੈ ਇਹ ਹਰ ਜਗ੍ਹਾ 'ਤੇ ਆਪਣੇ ਡੇਲੀ ਲਾਈਫ 'ਚ ਯੂਜ਼ ਕੀਤਾ ਜਾ ਰਿਹਾ ਹੈ। ਜਿੱਦਾਂ ਸਾਡੀ ਵਾਸ਼ਿੰਗ ਮਸ਼ੀਨ ਹੈ, ਮਾਈਕ੍ਰੋਵੇਵ ਓਵਨ ਹੈ, ਸੈੱਲ ਫੋਨ ਹੈ, ਟੈਲੀਵਿਜ਼ਨ ਹੈ, ਹਰ ਜਗ੍ਹਾ 'ਤੇ ਇੰਬੈਡਡ ਸਿਸਟਮ ਦਾ ਯੂਜ਼ ਹੋ ਰਿਹਾ ਹੈ। ਇਸ ਲਈ ਇਹ ਜਿਹੜਾ ਸਬਜੈਕਟ ਹੈ ਤੁਹਾਡੇ ਕਰਿਕੂਲਮ 'ਚ ਐਡ ਕੀਤਾ ਗਿਆ ਹੈ ਤਾਂ ਕਿ ਤੁਹਾਨੂੰ ਇੰਬੈਡਡ ਸਿਸਟਮਸ ਦਾ ਬੇਸਿਕ ਓਵਰਵਿਊ ਅਤੇ ਮਾਈਕਰੋ ਕੰਟਰੋਲਰ ਦੀ ਜਿਹੜੀ ਬੇਸਿਕ ਵਰਕਿੰਗ ਹੈ ਤੁਸੀਂ ਧਿਆਨ ਨਾਲ ਸਮਝ ਸਕੋ। ਇਹ ECE ਦਾ ਕਾਫੀ ਇੰਪੋਰਟੈਂਟ ਸਬਜੈਕਟ ਹੈ। ਹੁਣ ਜਿਹੜਾ ਮਾਈਕਰੋ ਕੰਟਰੋਲਰ ਐਂਡ ਇੰਬੈਡਡ ਸਿਸਟਮਸ ਹੈ, ਤੁਸੀਂ 4th ਸਮੈਸਟਰ 'ਚ ਇੱਕ ਸਬਜੈਕਟ ਸਟੱਡੀ ਕੀਤਾ ਸੀਗਾ ਮਾਈਕਰੋ ਪ੍ਰੋਸੈਸਰ। ਆਪਾਂ ਕਹਿ ਸਕਦੇ ਹਾਂ ਕੁਝ ਆਲਮੋਸਟ ਸਿਮਿਲਰ ਹੈ ਮਾਈਕਰੋ ਪ੍ਰੋਸੈਸਰ ਅਤੇ ਮਾਈਕਰੋ ਕੰਟਰੋਲਰ, ਬਟ ਦੋਵਾਂ 'ਚ ਕੁਝ ਡਿਫਰੈਂਸ ਹੋਏਗਾ ਤਾਂ ਹੀ ਅਸੀਂ ਇਹ ਵਰਡ ਯੂਜ਼ ਕਰ ਰਹੇ ਹਾਂ ਮਾਈਕਰੋ ਕੰਟਰੋਲਰ। ਅਤੇ 4th ਸਮੈਸਟਰ 'ਚ ਅਸੀਂ ਸਟੱਡੀ ਕੀਤਾ ਸੀਗਾ ਮਾਈਕਰੋ ਪ੍ਰੋਸੈਸਰ। ਅਤੇ ਦੋਨੋਂ ਜਿਹੜੇ ਮਾਈਕਰੋ ਪ੍ਰੋਸੈਸਰ ਅਤੇ ਜਿਹੜੇ ਮਾਈਕਰੋ ਕੰਟਰੋਲਰ ਹੈ ਇਹ ਬਾਈਨਰੀ ਲੈਂਗੁਏਜ 'ਤੇ ਬੇਸ ਹੈ। ਮੀਨਸ ਇਹ ਜਿਹੜੇ ਪ੍ਰੋਸੈਸਿੰਗ ਕਰਦੇ ਹੈ ਬਾਈਨਰੀ ਲੈਂਗੁਏਜ 'ਚ ਕਰਦੇ ਹੈ। ਤੁਸੀਂ DE 'ਚ ਪੜ੍ਹਿਆ ਸੀਗਾ 3rd ਸਮੈਸਟਰ 'ਚ, ਜਿਹੜਾ ਬਾਈਨਰੀ ਨੰਬਰ ਸਿਸਟਮ ਹੈ ਉਹਦਾ ਬੇਸ 2 ਹੁੰਦਾ ਵਾ। ਮੀਨਸ ਉਹ 'ਚ 2 ਡਿਜਿਟਸ ਹੈ 0 ਅਤੇ 1। ਅਤੇ ਤੁਸੀਂ ਉਹਦੀ ਪ੍ਰੋਸੈਸਿੰਗ ਦੇਖੀ ਸੀਗੀ ਕਿੱਦਾਂ ਅਸੀਂ ਬਾਈਨਰੀ 'ਚ ਐਡੀਸ਼ਨ ਕਰਦੇ ਹਾਂ, ਸਬਟਰੈਕਸ਼ਨ ਕਰਦੇ ਹਾਂ, ਮਲਟੀਪਲੀਕੇਸ਼ਨ ਕਰਦੇ ਹਾਂ ਜਾਂ 2's ਕੰਪਲੀਮੈਂਟ 1's ਕੰਪਲੀਮੈਂਟ। ਅਤੇ ਉਹਦੇ ਆਧਾਰ 'ਤੇ ਹੀ ਮਾਈਕਰੋ ਪ੍ਰੋਸੈਸਰ ਅਤੇ ਮਾਈਕਰੋ ਕੰਟਰੋਲਰ ਡਿਜ਼ਾਈਨ ਹੋਇਆ ਵਾ। ਇਹ ਦੋਨੋਂ ਜਿਹੜੇ ICs ਹੈ ਪ੍ਰੋਸੈਸਿੰਗ ਜਿਹੜੀ ਕਰਦੇ ਹੈ ਇਹ ਬਾਈਨਰੀ ਨੰਬਰ ਸਿਸਟਮਸ ਕਰਦੇ ਹੈ। ਅਤੇ ਇੱਥੇ ਤੁਹਾਨੂੰ ਮੋਟਾ ਮੋਟਾ ਆਈਡੀਆ ਕਲੀਅਰ ਹੋ ਗਿਆ ਵਾ ਕਿ ਮਾਈਕਰੋ ਪ੍ਰੋਸੈਸਰ ਅਤੇ ਮਾਈਕਰੋ ਕੰਟਰੋਲਰ ਦੋਨਾਂ ਦਾ ਕੰਮ ਪ੍ਰੋਸੈਸਿੰਗ ਕਰਨਾ ਵਾ। ਮੀਨਸ ਆਲਮੋਸਟ ਸਿਮਿਲਰ ਹੈ ਲੇਕਿਨ ਕੁਝ ਡਿਫਰੈਂਸ ਹੈ ਦੋਵਾਂ 'ਚ, ਤਾਂ ਹੀ ਆਪਾਂ ਇੱਥੇ 2 ਡਿਫਰੈਂਟ ਵਰਡ ਯੂਜ਼ ਕਰ ਰਹੇ ਹਾਂ। ਹੁਣ ਮਾਈਕਰੋ ਵਰਡ ਆਪਾਂ ਇੱਥੇ ਯੂਜ਼ ਕੀਤਾ ਹੋਇਆ ਹੈ। ਮਾਈਕਰੋ ਵਰਡ ਦਾ ਮਤਲਬ ਹੈ ਸਮੋਲ ਇਨ ਸਾਈਜ਼। ਮੀਨਸ ਜਿਹੜੀ IC ਹੈ ਕਾਫੀ ਸਮੋਲ ਹੈ ਅਤੇ ਮਾਈਕਰੋ ਕੰਟਰੋਲਰ ਮੀਨਸ ਇੱਕ ਸਮੋਲ IC ਹੈ ਜਿਹੜਾ ਕਿ ਅਦਰ ਪੈਰੀਫਰਲ ਡਿਵਾਈਸਿਸ ਨੂੰ ਕੰਟਰੋਲ ਕਰ ਰਿਹਾ ਹੋਵੇ। ਅਤੇ ਇੰਬੈਡਡ ਸਿਸਟਮਸ ਮੈਂ ਤੁਹਾਨੂੰ ਦੱਸਿਆ ਹੀ ਹੈ ਇੱਕ ਇਸ ਤਰ੍ਹਾਂ ਦਾ ਸਿਸਟਮ ਹੈ ਜਿਹੜਾ ਕਿ ਆਪਣੇ ਕਾਫੀ ਡੇਲੀ ਲਾਈਫ 'ਚ ਯੂਜ਼ ਕੀਤਾ ਜਾ ਰਿਹਾ ਹੈ। ਹਰ ਜਗ੍ਹਾ 'ਤੇ ਯੂਜ਼ ਕੀਤਾ ਜਾਂਦਾ ਆਲਮੋਸਟ, ਚਾਹੇ ਅਸੀਂ ਕਾਰ ਦੀ ਗੱਲ ਕਰ ਲਈਏ, ਚਾਹੇ ਅਸੀਂ ਵਾਸ਼ਿੰਗ ਮਸ਼ੀਨ ਦੀ ਗੱਲ ਕਰ ਲਈਏ, ਮਾਈਕ੍ਰੋਵੇਵ ਓਵਨ ਦੀ ਗੱਲ ਕਰ ਲਈਏ, ਅਤੇ ਹੋਰ ਕਿੰਨੇ ਵੀ ਆਪਣੇ ਡੇਲੀ ਅਪਲਾਈਸਿਸ ਹੈ ਇਲੈਕਟ੍ਰੋਨਿਕਸ ਦੇ ਉਹ 'ਚ ਇੰਬੈਡਡ ਸਿਸਟਮ ਦੀ ਯੂਜ਼ ਕੀਤਾ ਜਾ ਰਿਹਾ ਹੈ। ਹੁਣ ਇਹਨੂੰ ਡਿਟੇਲ ਸਟੱਡੀ ਤੋਂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸਿਲੇਬਸ ਸ਼ੇਅਰ ਕਰਾਂਗਾ ਇਸ ਸਬਜੈਕਟ ਦਾ। ਹੁਣ ਆਪਾਂ MCES ਸਿਲੇਬਸ ਕੀ ਸਟੱਡੀ ਕਰਨਾ ਹੈ ਡਿਟੇਲ ਕੰਟੈਂਟਸ ਵਿੱਚ। ਪਹਿਲਾ ਮੋਡਿਊਲ ਆਪਣਾ ਹੋਏਗਾ ਮਾਈਕਰੋ ਕੰਟਰੋਲਰ ਸੀਰੀਜ਼ 51 ਓਵਰਵਿਊ। ਇਹ 'ਚ ਆਪਾਂ ਮਾਈਕਰੋ ਕੰਟਰੋਲਰ ਜਿਹੜਾ 8051 ਹੈ ਉਹਦੇ ਬਾਰੇ ਸਟੱਡੀ ਕਰਾਂਗੇ, ਉਹਦਾ ਓਵਰਵਿਊ ਦੇਖਾਂਗੇ, ਉਹਦੇ ਆਰਕੀਟੈਕਚਰ ਦੇ ਬਾਰੇ, ਪਿਨ ਡਿਟੇਲਸ ਦੇ ਬਾਰੇ, ਇਨਪੁਟ ਆਊਟਪੁੱਟ ਪੋਰਟ ਸਟਰਕਚਰ ਦੇ ਬਾਰੇ, ਫਿਰ ਮੈਮਰੀ ਆਰਗੇਨਾਈਜੇਸ਼ਨ, ਉਸ ਤੋਂ ਬਾਅਦ SFR ਜੋ ਕਿ ਸਪੈਸ਼ਲ ਫੰਕਸ਼ਨ ਰਜਿਸਟਰਸ ਹੈ, ਅਤੇ ਲਾਸਟ ਆਪਾਂ ਦੇਖਾਂਗੇ ਕਿੱਦਾਂ ਆਪਾਂ ਇੰਟਰਫੇਸ ਕਰਦੇ ਹਾਂ ਐਕਸਟਰਨਲ ਮੈਮਰੀ ਨਾਲ ਮਾਈਕਰੋ ਕੰਟਰੋਲਰ ਨੂੰ। ਅਤੇ ਸੈਕਿੰਡ ਮੋਡਿਊਲ ਆਪਾਂ ਦੇਖਾਂਗੇ ਮਾਈਕਰੋ ਕੰਟਰੋਲਰ ਦਾ ਇੰਸਟਰਕਸ਼ਨ ਸੈੱਟ, ਕਿ ਨੰਬਰ ਆਫ ਇੰਸਟਰਕਸ਼ਨਸ ਕਿੰਨੀਆਂ ਉਹਦੇ 'ਚ ਅਤੇ ਕੀ ਕੀ ਉਹਨਾਂ ਦਾ ਯੂਜ਼ ਹੈ। ਉਸ ਤੋਂ ਬਾਅਦ ਫਿਰ ਆਪਾਂ ਡਰੈਸਿੰਗ ਮੋਡ ਸਟੱਡੀ ਕਰਾਂਗੇ ਅਤੇ ਲਾਸਟ ਆਪਾਂ ਕਰਾਂਗੇ ਇੰਸਟਰਕਸ਼ਨਸ ਟਾਈਪਸ। ਅਤੇ ਇਹਦੇ 'ਚ ਇਹਦੇ ਅੰਡਰ ਆਪਾਂ ਸਟੱਡੀ ਕਰਾਂਗੇ ਟਾਈਮਰ ਓਪਰੇਸ਼ਨ ਦੇ ਬਾਰੇ, ਫਿਰ ਸੀਰੀਅਲ ਪੋਰਟ ਓਪਰੇਸ਼ਨ ਦੇ ਬਾਰੇ, ਅਤੇ ਲਾਸਟ ਆਪਾਂ ਇੰਟਰਪਟਸ ਦੇ ਬਾਰੇ। ਇੰਟਰਪਟ ਅਸੀਂ ਆਲਰੇਡੀ ਹੀ ਮਾਈਕਰੋ ਪ੍ਰੋਸੈਸਰ 'ਚ ਸਟੱਡੀ ਕਰ ਚੁੱਕੇ ਹੋ ਕਿ ਕੀ ਹੁੰਦੀਆਂ ਵੇ ਇੰਟਰਪਟ ਅਤੇ ਆਪਾਂ ਕਿੱਦਾਂ ਦੀ ਵਰਤੋਂ ਕਰਦੇ ਹਾਂ, ਲੇਕਿਨ ਥੋੜ੍ਹਾ ਬਹੁਤ ਡਿਫਰੈਂਸ ਰਹੇਗਾ ਟਾਈਪਸ ਦਾ, ਉਹ ਆਪਾਂ ਇਹ 'ਚ ਅੱਗੇ ਸਟੱਡੀ ਕਰਾਂਗੇ। ਉਸ ਤੋਂ ਬਾਅਦ 3rd ਮੋਡਿਊਲ ਹੈ ਅਸੈਂਬਲੀ/C ਪ੍ਰੋਗਰਾਮਿੰਗ ਕੀਲ ਫॉर ਮਾਈਕਰੋ ਕੰਟਰੋਲਰ। ਆਪਾਂ ਪ੍ਰੋਗਰਾਮਿੰਗ ਕਰਾਂਗੇ ਮਾਈਕਰੋ ਕੰਟਰੋਲਰ ਦੀ। ਕੀਲ ਜਿਹੜਾ ਵਾ ਉਹ ਸੌਫਟਵੇਅਰ ਹੈ, ਇਸ ਸੌਫਟਵੇਅਰ ਥਰੂ ਆਪਾਂ ਪ੍ਰੋਗਰਾਮ ਬਣਾਵਾਂਗੇ। 2 ਲੈਂਗੁਏਜਿਸ ਆਪਾਂ ਯੂਜ਼ ਕਰਾਂਗੇ, ਪਹਿਲੇ ਕਰਾਂਗੇ ਅਸੈਂਬਲੀ ਲੈਂਗੁਏਜ, ਫਿਰ ਕਰਾਂਗੇ ਇੰਬੈਡਡ C ਲੈਂਗੁਏਜ।
ਆਪਾਂ ਦੋਨੋਂ ਲੈਂਗੁਏजेस 'ਚ ਪ੍ਰੋਗਰਾਮ ਬਣਾਵਾਂਗੇ ਤੇ ਦੋਨੋਂ ਲੈਂਗੁਏਜ ਜਿਹੜੇ ਆ ਉਹ ਕੀਲ ਸੌਫਟਵੇਅਰ ਥਰੂ ਆਪਾਂ ਯੂਜ਼ ਕਰਾਂਗੇ। ਤੇ ਇਹਦੇ 'ਚ ਪਹਿਲਾ ਜਿਹੜਾ ਵਾ ਉਹ ਅਸੈਂਬਲਰ ਡਾਇਰੈਕਟਰੀਜ਼ ਪੜਾਂਗੇ ਆਪਾਂ, ਫਿਰ ਅਸੈਂਬਲ ਆਪਰੇਸ਼ਨ ਪੜਾਂਗੇ, ਫਿਰ ਆਪਾਂ ਪ੍ਰੋਗਰਾਮਿੰਗ ਐਗਜ਼ਾਮਪਲਸ ਜੋ ਕਿ ਆਪਾਂ ਬੇਸਿਕ ਐਗਜ਼ਾਮਪਲਸ ਦੇਖਾਂਗੇ ਕਿੱਦਾਂ ਆਪਾਂ ਪ੍ਰੋਗਰਾਮ ਬਣਾ ਸਕਦੇ ਹਾਂ ਕੀਲ ਸੌਫਟਵੇਅਰ ਥਰੂ। ਤੇ ਚੌਥਾ ਮੋਡਿਊਲ ਆਪਣਾ ਰਹੇਗਾ ਡਿਜ਼ਾਈਨ ਐਂਡ ਇੰਟਰਫੇਸ। ਆਪਾਂ ਮਾਈਕਰੋ ਕੰਟਰੋਲਰ ਨੂੰ ਇੰਟਰਫੇਸ ਕਰਾਂਗੇ ਅਲੱਗ-ਅਲੱਗ ਪੈਰੀਫਰਲਸ ਨਾਲ, ਜਿੱਦਾਂ ਕੀਪੈਡ ਹੈ, 7 ਸੈਗਮੈਂਟ ਹੈ, LCD ਹੈ, ਸਟੈਪਰ ਮੋਟਰ ਹੈ, A to D, D2A ਤੇ RTC। ਫਿਰ ਨੈਕਸਟ ਆਪਣਾ ਮੋਡਿਊਲ ਆਉਂਦਾ ਵਾ ਬਲੌਕ ਡਾਇਗਰਾਮ ਐਂਡ ਪਿਨ ਡਿਟੇਲਸ। ਫਸਟ ਪਿਕ, ਸੈਕਿੰਡ ਆਰਡੂਨੋ। ਪਿਕ ਵੀ ਇੱਕ ਮਾਈਕਰੋ ਕੰਟਰੋਲਰ ਹੀ ਹੈ ਜੋ ਕਿ ਐਡਵਾਂਸ ਆਪਾਂ ਵਰਜ਼ਨ ਕਹਿ ਸਕਦੇ ਹਾਂ 8051 ਦਾ। 8051 ਜਿਹੜਾ ਬੇਸਿਕ ਹੈ, ਪਹਿਲਾਂ ਆਪਾਂ ਉਹਨੂੰ ਸਟੱਡੀ ਕਰਾਂਗੇ ਡਿਟੇਲ ਵਿੱਚ, ਉਹਦੀ ਆਪਾਂ ਪ੍ਰੋਗਰਾਮਿੰਗ ਕਰਾਂਗੇ। ਉਸ ਤੋਂ ਬਾਅਦ ਫਿਰ ਆਪਾਂ ਬੇਸਿਕ ਓਵਰਵਿਊ ਦੇਖਾਂਗੇ ਪਿਕ ਮਾਈਕਰੋ ਕੰਟਰੋਲਰ ਦਾ, ਉਹਦਾ ਬਲੌਕ ਡਾਇਗਰਾਮ ਤੇ ਪਿਨ ਡਿਟੇਲਸ। ਉਸ ਤੋਂ ਬਾਅਦ ਪਿਕ ਤੋਂ ਬਾਅਦ ਆਪਾਂ ਸਟੱਡੀ ਕਰਾਂਗੇ ਆਰਡੂਨੋ ਬੋਰਡ। ਆਰਡੂਨੋ ਮਾਈਕਰੋ ਕੰਟਰੋਲਰ ਨਹੀਂ ਹੈ, ਇੱਕ ਤਰ੍ਹਾਂ ਦਾ ਬੋਰਡ ਹੈ ਜਿਹਦੇ 'ਚ AVR ਦਾ ਮਾਈਕਰੋ ਕੰਟਰੋਲਰ ਲੱਗਾ ਹੁੰਦਾ ਵਾ, ਤੇ ਆਪਾਂ ਇਹਦੇ ਬਾਰੇ ਵੀ ਸਟੱਡੀ ਕਰਾਂਗੇ, ਇਹਦਾ ਬਲੌਕ ਡਾਇਗਰਾਮ ਦੇਖਾਂਗੇ ਤੇ ਇਹਦਾ ਪਿਨ ਡਿਟੇਲਸ ਦੇਖਾਂਗੇ। ਤੇ ਲਾਸਟ ਮੋਡਿਊਲ ਤੁਹਾਡਾ ਰਹੇਗਾ ਐਪਲੀਕੇਸ਼ਨ ਆਫ ਮਾਈਕਰੋ ਕੰਟਰੋਲਰਸ ਇਨ ਕਮਿਊਨੀਕੇਸ਼ਨ ਸਿਸਟਮ। ਮੀਨਸ ਕੀ ਐਪਲੀਕੇਸ਼ਨ ਹੈ ਮਾਈਕਰੋ ਕੰਟਰੋਲਰਸ ਦੀ ਕਮਿਊਨੀਕੇਸ਼ਨ ਸਿਸਟਮ ਵਿੱਚ। ਹੁਣ ਅੱਜ ਦੀ ਵੀਡੀਓ ਤੁਸੀਂ ਸਟੱਡੀ ਕਰੋਗੇ, ਪਹਿਲਾ ਆਪਣਾ ਮੋਡਿਊਲ ਦਾ ਰਹੇਗਾ ਇੰਬੈਡਡ ਸਿਸਟਮਸ ਓਵਰਵਿਊ ਦੇ ਬਾਰੇ, ਫਿਰ ਉਸ ਤੋਂ ਬਾਅਦ ਆਪਾਂ ਸਟੱਡੀ ਕਰਾਂਗੇ ਐਪਲੀਕੇਸ਼ਨਸ ਇੰਬੈਡਡ ਸਿਸਟਮਸ ਦੀਆਂ, ਫਿਰ ਮਾਈਕਰੋ ਕੰਟਰੋਲਰ ਦਾ ਓਵਰਵਿਊ, ਫਿਰ ਡਿਫਰੈਂਟ ਟਾਈਪਸ ਆਫ ਮਾਈਕਰੋ ਕੰਟਰੋਲਰਸ, ਫਿਰ ਮਾਈਕਰੋ ਕੰਟਰੋਲਰ ਤੇ ਮਾਈਕਰੋ ਪ੍ਰੋਸੈਸਰ ਦਾ ਡਿਫਰੈਂਸ, ਉਸ ਤੋਂ ਬਾਅਦ ਵੌਨ ਨਿਊਮੈਨ ਤੇ ਹਾਰਵਰਡ ਆਰਕੀਟੈਕਚਰ ਦਾ ਡਿਫਰੈਂਸ, ਫਿਰ ਲਾਸਟ ਆਪਾਂ ਸਟੱਡੀ ਕਰਾਂਗੇ ਰਿਸਕ ਤੇ ਸਿਸਕ ਦਾ ਆਰਕੀਟੈਕਚਰ। ਫਿਰ ਆਪਾਂ ਸਾਰਿਆਂ ਦੀ ਥੋੜੀ ਸਮਰੀ ਦੇਖਾਂਗੇ। ਹੁਣ ਆਪਾਂ ਸਟੱਡੀ ਕਰਦੇ ਹਾਂ ਇੰਬੈਡਡ ਸਿਸਟਮਸ ਦੇ ਬਾਰੇ, ਇਹਦਾ ਬੇਸਿਕ ਓਵਰਵਿਊ ਦੇਖਾਂਗੇ ਆਪਾਂ। An embedded system is a system which is used to design a specific task। ਮੀਨਸ ਇੱਕ ਉਹ ਤਰ੍ਹਾਂ ਦਾ ਸਿਸਟਮ ਹੈ ਜਿਹਨੂੰ ਆਪਾਂ ਡਿਜ਼ਾਈਨ ਕਰਦੇ ਹਾਂ ਕੁਝ ਪਾਰਟੀਕੂਲਰ ਕੰਮ ਕਰਨ ਲਈ। ਜਿੱਦਾਂ ਆਪਾਂ ਗੱਲ ਕਰਦੇ ਸੀ ਵਾਸ਼ਿੰਗ ਮਸ਼ੀਨ ਹੈ, ਵਾਸ਼ਿੰਗ ਮਸ਼ੀਨ ਜੋ ਕਿ ਇਹ ਸਿਰਫ ਆਪਾਂ ਕੱਪੜੇ ਧੋਣ ਲਈ ਕੰਮ ਯੂਜ਼ ਕਰਦੇ ਹਾਂ ਉਹਦਾ, ਤਾਂ ਉਹ 'ਚ ਜਿਹੜਾ ਸਿਸਟਮ ਲੱਗਾ ਹੋਇਆ ਵਾ ਉਹਨੂੰ ਆਪਾਂ ਕਹਿ ਰਹੇ ਹਾਂ ਇੰਬੈਡਡ ਸਿਸਟਮ। ਸਿਮਿਲਰਲੀ ਜੇ ਆਪਾਂ ਗੱਲ ਕਰੀਏ TV ਦੀ, TV 'ਚ ਦੇਖੋ ਆਪਾਂ ਆਡੀਓ ਜਾਂ ਵੀਡੀਓ ਦੇਖ ਸਕਦੇ ਹਾਂ ਜਾਂ ਸੁਣ ਸਕਦੇ ਹਾਂ ਆਡੀਓ ਨੂੰ, ਉਹ 'ਚ ਵੀ ਆਪਣਾ ਕੀ ਲੱਗਾ ਹੋਇਆ ਇੰਬੈਡਡ ਸਿਸਟਮ। ਜਿਸ ਆਪਾਂ ਇੱਕ ਪਾਰਟੀਕੂਲਰ ਕਿਸੇ ਟਾਸਕ ਵਾਸਤੇ ਜਿਹੜਾ ਸਿਸਟਮ ਡਿਜ਼ਾਈਨ ਕਰ ਰਹੇ ਹਾਂ ਉਹਨੂੰ ਆਪਾਂ ਕਹਿ ਰਹੇ ਹਾਂ ਇੰਬੈਡਡ ਸਿਸਟਮ। ਇੱਥੋਂ ਦੀ ਆਪਣਾ ਹੁਣ ਆਪਾਂ ਡਿਫਰੈਂਸ਼ੀਏਟ ਕਰ ਸਕਦੇ ਹਾਂ, ਜਿਹੜਾ ਕੰਪਿਊਟਰ ਹੈ ਉਹ ਵੀ ਇੱਕ ਤਰ੍ਹਾਂ ਦਾ ਸਿਸਟਮ ਹੈ ਲੇਕਿਨ ਉਹ ਆਪਣਾ ਜਨਰਲ ਪਰਪਸ ਸਿਸਟਮ ਹੈ, ਠੀਕ ਹੈ। ਤੇ ਇੱਥੋਂ ਆਪਾਂ ਡਿਫਰੈਂਸ਼ੀਏਟ ਕਰ ਸਕਦੇ ਹਾਂ ਕਿਹਨੂੰ, ਕੰਪਿਊਟਰ ਤੇ ਇੰਬੈਡਡ ਸਿਸਟਮ ਨੂੰ। ਇੰਬੈਡਡ ਸਿਸਟਮ ਇੱਕ ਪਾਰਟੀਕੂਲਰ ਟਾਸਕ ਵਾਸਤੇ ਆਪਾਂ ਡਿਜ਼ਾਈਨ ਕਰ ਰਹੇ ਹਾਂ, ਜਿਹੜਾ ਜਨਰਲ ਪਰਪਸ ਸਿਸਟਮ ਉਹਨੂੰ ਆਪਾਂ ਕੀ ਕਹਿ ਰਹੇ ਹਾਂ ਕੰਪਿਊਟਰ। ਹੁਣ ਇੱਕ ਆਪਾਂ ਐਗਜ਼ਾਮਪਲ ਦੇਖਦੇ ਹਾਂ ਇੱਥੇ ਟੈਂਪਰੇਚਰ ਮੋਨੀਟਰਿੰਗ ਸਿਸਟਮ। ਇੱਕ ਤਰ੍ਹਾਂ ਦਾ ਸਿਸਟਮ ਹੈ ਜਿਸ 'ਚ ਕਿ ਆਪਾਂ ਇੱਕ ਪਾਰਟੀਕੂਲਰ ਕਿਸੇ ਏਰੀਆ ਦਾ ਟੈਂਪਰੇਚਰ ਮੋਨੀਟਰ ਕਰਨਾ ਹੋਵੇ ਉਹਨੂੰ ਆਪਾਂ ਡਿਜ਼ਾਈਨ ਕਰ ਰਹੇ ਹਾਂ। ਇਹ ਵੀ ਇੱਕ ਪਾਰਟੀਕੂਲਰ ਟਾਸਕ ਲਈ ਆਪਾਂ ਡਿਜ਼ਾਈਨ ਕੀਤਾ ਗਿਆ ਹੋਇਆ, ਇਸ ਲਈ ਆਪਾਂ ਇਹਨੂੰ ਵੀ ਇੰਬੈਡਡ ਸਿਸਟਮ ਦੀ ਐਗਜ਼ਾਮਪਲ ਕਹਿ ਰਹੇ ਹਾਂ। ਹੁਣ ਇੰਬੈਡਡ ਵਰਡ ਦਾ ਮਤਲਬ ਕੀ ਹੈ? ਇੰਬੈਡਡ ਮੀਨਸ ਸਮਥਿੰਗ ਦੈਟ ਇਜ਼ ਅਟੈਚਡ ਟੂ ਅਨਦਰ ਥਿੰਗ। ਮੀਨਸ ਇੱਕ ਚੀਜ਼ ਜਦੋਂ ਆਪਾਂ ਦੂਸਰੇ ਚੀਜ਼ ਨਾਲ ਜੋੜ ਦਈਏ, ਅਟੈਚ ਕਰ ਦਈਏ, ਉਹਨੂੰ ਆਪਾਂ ਕਹਿ ਰਹੇ ਹਾਂ ਇੰਬੈਡਡ। ਸੋ ਐਨ ਇੰਬੈਡਡ ਸਿਸਟਮ ਕੈਨ ਬੀ ਥੌਟ ਆਫ ਐਜ਼ ਅ ਕੰਪਿਊਟਰ ਹਾਰਡਵੇਅਰ ਸਿਸਟਮ ਹੈਵਿੰਗ ਸੌਫਟਵੇਅਰ ਇੰਬੈਡਡ ਇਨ ਇਟ। ਮੀਨਸ ਆਪਾਂ ਸੋਚ ਸਕਦੇ ਹਾਂ ਕਿ ਜਿਹੜਾ ਇੰਬੈਡਡ ਸਿਸਟਮ ਹੈ ਉਹ ਇੱਕ ਤਰ੍ਹਾਂ ਦਾ ਕੰਪਿਊਟਰ ਹਾਰਡਵੇਅਰ ਸਿਸਟਮ ਹੈ ਜਿਸ 'ਚ ਆਪਾਂ ਸੌਫਟਵੇਅਰ ਨੂੰ ਆਲਰੇਡੀ ਉਹਦੇ ਵਿੱਚ ਇੰਬੈਡ ਕਰਤਾ ਵਾ, ਮੀਨਸ ਆਪਾਂ ਉਹਦੇ 'ਚ ਉਹਨੂੰ ਅਟੈਚ ਕਰਤਾ ਹੈ। A combination of hardware and software which together form a component of a larger machine। ਹਾਰਡਵੇਅਰ ਤੇ ਸੌਫਟਵੇਅਰ ਦੋਨੋਂ ਕੰਬਾਈਨ ਹੋ ਕੇ ਕੀ ਬਣਾਉਂਦੇ ਆ, ਇੱਕ ਕੰਪੋਨੈਂਟ ਬਣਾਉਂਦੇ ਆ ਕਿਹਦਾ, ਲਾਰਜਰ ਮਸ਼ੀਨ ਦਾ। ਤੇ ਇੰਬੈਡਡ ਸਿਸਟਮ 'ਚ ਦੋਨੋਂ ਹੀ ਯੂਜ਼ ਹੋ ਰਿਹਾ ਵਾ, ਹਾਰਡਵੇਅਰ ਵੀ ਯੂਜ਼ ਹੋ ਰਿਹਾ ਵਾ ਤੇ ਸੌਫਟਵੇਅਰ ਵੀ ਯੂਜ਼ ਹੋ ਰਿਹਾ ਵਾ। ਤੁਸੀਂ ਆਲਰੇਡੀ ਬੇਸਿਕ ਕਲਾਸਿਸ ਸਟੱਡੀ ਕਰਦੇ ਆ ਰਹੇ ਹੋ ਹਾਰਡਵੇਅਰ ਤੇ ਸੌਫਟਵੇਅਰ ਦੇ ਬਾਰੇ। ਹਾਰਡਵੇਅਰ ਕੀ ਹੁੰਦਾ ਵਾ? ਹਾਰਡਵੇਅਰ represents the physical components in a system that can be touched। For example, monitor, printer, mouse, keyboard, memory, etc। Means ਹਾਰਡਵੇਅਰ ਕੀ ਚੀਜ਼ ਹੈ? ਹਾਰਡਵੇਅਰ ਇੱਕ ਫਿਜ਼ੀਕਲ ਕੰਪੋਨੈਂਟ ਹੈ ਸਿਸਟਮ ਦਾ ਜਿਹਨੂੰ ਆਪਾਂ ਟੱਚ ਕਰ ਸਕਦੇ ਹਾਂ। ਜਿੱਥੇ ਆਪਣਾ ਮੋਨੀਟਰ ਹੈ, ਜਿੱਥੇ ਆਪਾਂ ਸਕਰੀਨ ਹੈ, ਜਿੱਥੇ ਆਪਾਂ
डिस्प्ले कराने अपना, वो अपना हार्डवेयर हो गया। प्रिंटर की गल करिए, माउस की गल करिए, कीबोर्ड की गल करिए, मैमोरी की गल करिए, इस जिन्ने भी कंपोनेंट्स है ये सारे उन्हें आप टच कर सकते हैं। ये अपनी फिजिकल कंपोनेंट है सिस्टम के, इसलिए आप उन्होंने की करने हार्डवेयर। ਹੁਣ ਸੌਫਟਵੇਅਰ ਕੀ ਚੀਜ਼ ਹੈ? ਸੌਫਟਵੇਅਰ ਰਿਪਰੈਜ਼ੈਂਟਸ ਦਾ ਪ੍ਰੋਗਰਾਮਿੰਗ ਕੋਡ which performs a task on a system that cannot be touched. For example, Windows, MS Office, Android, etc. ਸੌਫਟਵੇਅਰ ਕੀ ਹੈ ਕਿ ਇੱਕ ਤਰ੍ਹਾਂ ਦਾ ਇਹ ਪ੍ਰੋਗਰਾਮ ਹੈ ਜੋ ਕਿ ਇੱਕ ਟਾਸਕ ਪਰਫਾਰਮ ਕਰਦਾ ਹੈ ਸਿਸਟਮ ਦੇ ਉੱਤੇ ਜਿਹਨੂੰ ਆਪਾਂ ਟੱਚ ਨਹੀਂ ਕਰ ਸਕਦੇ। ਠੀਕ ਹੈ, ਕੰਪਿਊਟਰ 'ਚ ਆਪਾਂ ਯੂਜ਼ ਕਰਦੇ ਹਾਂ ਵਿੰਡੋਜ਼, MS Office ਦੀ ਗੱਲ ਕਰੀਏ, ਇਹ ਆਪਣੇ ਸੌਫਟਵੇਅਰ ਪਾਰਟ ਆ ਜਾਂਦੇ ਕੰਪਿਊਟਰ ਦੇ। ਜਿੱਦਾਂ ਅੱਜ ਕੱਲ੍ਹ ਮੋਬਾਈਲ ਫੋਨ 'ਚ ਆਪਾਂ ਦੇਖਦੇ ਹਾਂ ਐਂਡਰੋਇਡ ਸੌਫਟਵੇਅਰ ਯੂਜ਼ ਕੀਤਾ ਜਾ ਰਿਹਾ ਵਾ। ਠੀਕ ਹੈ, ਮੀਨਸ ਇਹਨਾਂ ਨੂੰ ਆਪਾਂ ਟੱਚ ਨਹੀਂ ਕਰ ਸਕਦੇ ਅਤੇ ਇੱਕ ਤਰ੍ਹਾਂ ਦਾ ਕੋਈ ਟਾਸਕ ਪਰਫੋਰਮ ਕਰ ਰਿਹਾ ਕਿਤੇ ਸਿਸਟਮ 'ਤੇ। ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਐਪਲੀਕੇਸ਼ਨਸ ਬਾਰੇ ਇੰਬੈਡਡ ਸਿਸਟਮਸ ਦੀਆਂ। ਇੰਬੈਡਡ ਸਿਸਟਮਸ ਬਹੁਤ ਜਗ੍ਹਾ 'ਤੇ ਯੂਜ਼ ਕੀਤਾ ਜਾਂਦਾ ਵਾ। ਜਿੱਦਾਂ ਪਹਿਲਾਂ ਆਪਾਂ ਗੱਲ ਕਰੀਏ ਮੈਡੀਕਲ ਸਿਸਟਮਸ, ਇਹ 'ਚ ਆਪਾਂ ਗੱਲ ਕਰਦੇ ਹਾਂ ਪੇਸਮੇਕਰ, ਪੇਸ਼ੈਂਟ ਮੋਨੀਟਰਿੰਗ ਸਿਸਟਮਸ, ਇੰਜੈਕਸ਼ਨ ਸਿਸਟਮਸ, ਇੰਟੈਂਸਿਵ ਕੇਅਰ ਯੂਨਿਟਸ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਫਿਸ ਇਕਵਿਪਮੈਂਟਸ, ਇਹ 'ਚ ਪ੍ਰਿੰਟਰ, ਕਾਪੀਅਰ, ਫੈਕਸ। ਫਿਰ ਆਪਣੇ ਕੋਲ ਆਉਂਦੇ ਆ ਟੂਲਸ ਜਿਵੇਂ ਆਪਾਂ ਮੈਜ਼ਰਮੈਂਟ ਕਰਨ ਲਈ ਕੋਈ ਚੀਜ਼ ਨੂੰ, ਜਿੱਦਾਂ ਮਲਟੀਮੀਟਰ ਹੈ, ਓਸੀਲੋਸਕੋਪ ਹੈ, ਲਾਈਨ ਟੈਸਟਰ ਹੈ, GPS ਹੈ। GPS ਤੁਹਾਨੂੰ ਪਤਾ ਹੀ ਹੈ, GPS ਦੀ ਫੁੱਲ ਫਾਰਮ ਹੁੰਦੀ ਹੈ ਗਲੋਬਲ ਪੋਜੀਸ਼ਨਿੰਗ ਸਿਸਟਮ। ਮੀਨਸ ਅਗਰ ਆਪਾਂ ਕਿਸੇ ਪਰਟੀਕੂਲਰ ਲੋਕੇਸ਼ਨ ਦੀ ਪੋਜੀਸ਼ਨ ਦੇਖਣਾ ਚਾਹੁੰਦੇ ਹਾਂ ਤਾਂ ਆਪਾਂ GPS ਦਾ ਇਸਤੇਮਾਲ ਕਰਦੇ ਹਾਂ। ਇਹ 'ਚ ਵੀ ਇੰਬੈਡਡ ਸਿਸਟਮ ਯੂਜ਼ ਕੀਤਾ ਗਿਆ ਵਾ। ਬੈਂਕਿੰਗ ਦੀ ਗੱਲ ਕਰੀਏ, ਇਹ 'ਚ ATM, ਸਟੇਟਮੈਂਟ ਪ੍ਰਿੰਟਰਸ ਆ ਗਏ। ਟਰਾਂਸਪੋਰਟੇਸ਼ਨ ਦੀ ਗੱਲ ਕਰੀਏ, ਪਲੇਨਸ, ਟ੍ਰੇਨਸ, ਆਟੋਮੋਬਾਈਲਸ ਐਂਡ ਬੋਟਸ। ਆਟੋਮੋਬਾਈਲਸ ਆਪਣੇ ਕੋਲ ਆਉਂਦਾ ਵਾ ਇੰਜਨ ਮੈਨੇਜਮੈਂਟ, ਇੰਜਨ ਦੀ ਮੈਨੇਜ ਕੀਤੀ ਜਾਂਦੀ ਅੱਜ ਕੱਲ੍ਹ ਇੰਬੈਡਡ ਸਿਸਟਮ ਥਰੂ। ट्रिप कंप्यूटर है, क्रूज कंट्रोल है, कार अलार्म है, एयर बैग है ते ABS है। ABS मतलब एंटी ब्रेक सिस्टम जो आजकल काफ़ी यूज़ हो रहा है ऑटोमोबाइल्स विच। उस तो बाद गल करते हैं आप बिल्डिंग सिस्टम्स की। इस अपने को एलीवेटर आ गया जिन्हें आप लिफ्ट कहने हैं, फिर हीटर आ गया, एयर कंडीशनिंग, लाइटिंग, की कार्ड एंट्रीज, लॉक्स, अलार्म सिस्टम्स, ये सारे की यूज़ किया जाता है इंबैडेड सिस्टम। एग्रीकल्चर फीडिंग सिस्टम्स, मिल्किंग सिस्टम्स, इस तो अलावा रडार, ट्रैफिक लाइट्स, सिग्नलिंग सिस्टम्स। तो तुम देख सकते हो कि कितनी वाइड एप्लीकेशन है इंबैडेड सिस्टम की। मीनस आलमोस्ट हर जगह पर अजकल इंबैडेड सिस्टम का यूज़ किया जा रहा है। तो काफ़ी तरह का अपने को इंपोर्टेंट टॉपिक आ जाता है, तो अपना स्टडी करना इन्ना इंपोर्टेंट है कि इस किद्दां आपां इंबैडेड सिस्टम डिज़ाइन करते हैं, इस की लग्या हुंदा वै। हुण अगे आपां देखांगे माइक्रो कंट्रोलर के बारे। माइक्रो कंट्रोलर का आपां ओवरव्यू देखते हैं। मैं तुहानूं दस्सिया ही है माइक्रो वर्ड का मतलब की है समॉल इन साइज़। मीनस ये समॉल है साइज़ विच। ठीक है, इत्थे माइक्रो का वर्ड मतलब ये नहीं कि 10⁻⁻⁶। ठीक है, मतलब सिंपल है माइक्रो वर्ड तां यूज़ किया गया है मीनस स्पैसीफाई कर रहा है कि जो साइज़ है इस माइक्रो कंट्रोलर का वो समॉल है। क्योंकि पहले जो प्रोसैसर आते थे इस तो पहले वो काफ़ी लार्ज होंगे थे। फिर जो ICs का दौर शुरू होया उस तो बाद फिर माइक्रो प्रोसैसर तो माइक्रो कंट्रोलर आया जिन्हों के काफ़ी समॉल है साइज़, इसलिए आप इन्होंने इतने माइक्रो वर्ड यूज़ करता है। ठीक है, एज इट इज़ सेड दैट CPU is the brain of the computer. Similarly, microcontroller can be thought of as the brain of the embedded systems. मीन्स जब आप कंप्यूटर की गल करते हैं, जब पूछते हैं कंप्यूटर का ब्रेन की है, असं कहने हैं CPU, सेंट्रल प्रोसैसिंग यूनिट। उदा जब आप इंबैडेड सिस्टम्स की गल करते हैं तो आप देखिए भी इंबैडेड सिस्टम तुसीं कि काफ़ी जगह पर यूज़ किया जाता है। तो वह ब्रेन की होएगा, वह ब्रेन आप कह सकते हैं कि है माइक्रो कंट्रोलर। मीनस माइक्रो कंट्रोलर की कर रहा है, कंट्रोल कर रहा है इंबैडेड सिस्टम जोड़े होर डिवाइसिस लगे होंगे। एग्जाम्पल आप देखी सी इंबैडेड सिस्टम की टैंपरेचर मोनीटरिंग सिस्टम। उत्थे आप एक 3 ब्लॉक्स बनाए देखो। दा अगर आप टैंपरेचर मोनीटरिंग सिस्टम की गल करिए, ये की लगा होएगा
पहले च लगा होगा टैंपरेचर सेंसर, जो कि सेंस करेगा किसी पर्टिकुलर एरिया का टैंपरेचर, फिर उन्होंने कन्वर्ट करेगा इलैक्ट्रिकल सिग्नल च। फिर उस तो बाद जी इनपुट है वो किनू मिल रही है, वो मिल रही है माइक्रो कंट्रोलर नू। तो माइक्रो कंट्रोलर की लै रहा वै, टैंपरेचर सेंसर तो इनपुट लै रहा वै। उस तो बाद फिर माइक्रो कंट्रोलर नू प्रोसैस करेगा बाइनरी विच, मीन 0 1 की कॉम्बीनेशन विच। फिर प्रोसैसिंग करन तो बाद फिर अपनी आउटपुट प्रोवाइड करेगा किनू, डिस्पले नू, जिथे उन्होंने शो करेगा कि कितना टैंपरेचर है। ठीक है, तो टैंपरेचर मॉनिटरिंग सिस्टम सिंपल ही है। जो अपना सेंटर पार्ट है माइक्रो कंट्रोलर है, इसे लैफ्ट से टैंपरेचर सेंसर लगाया आप, राइट से की लगाया आप डिस्पले। मीनस माइक्रो कंट्रोलर की कर रहा है, कंट्रोल कर रहा है दोनों टैंपरेचर सेंसर से डिस्पले नू। A microcontroller is an integrated circuit IC device that is used to control other portions of the electronic system. Means electronic system ਜਿਹੜਾ microcontroller ਦਾ ਕੀ ਕੰਮ ਰਹੇਗਾ, ਉਹ ਕੰਟਰੋਲ ਕਰੇਗਾ ਜਿਹੜੇ ਬਾਕੀ ਪਾਰਟ ਲੱਗੇ ਹੋਣਗੇ ਸਿਸਟਮ ਵਿੱਚ। ਠੀਕ ਹੈ, ਤੇ ਮਾਈਕਰੋਕੰਟਰੋਲਰ ਆਪਣੀ ਇੱਕ ਤਰ੍ਹਾਂ ਦੀ ਕੀ ਹੈ, ਆਈਸੀ ਹੈ। The input is given to the microcontroller, then it processes that input and finally give the corresponding output. ਜਿੱਦਾਂ ਆਪਾਂ ਉਹੀ ਪਿੱਛੇ ਟੈਂਪਰੇਚਰ ਮੋਨੀਟਰਿੰਗ ਸਿਸਟਮ ਦੇਖਿਆ ਸੀਗਾ, ਟੈਂਪਰੇਚਰ ਸੈਂਸਰ ਜਿਹੜਾ ਵੈ ਉਹ ਕੀ ਕਰਦਾ ਵੈ, ਸੈਂਸ ਕਰਕੇ ਜਿਹੜਾ ਵੈ ਸਿਗਨਲ ਕਿਹਨੂੰ ਦਿੰਦਾ ਵੈ, ਮਾਈਕਰੋ ਕੰਟਰੋਲਰ ਨੂੰ। ਮੀਨਸ ਆਪਾਂ ਇਨਪੁਟ ਪ੍ਰੋਵਾਈਡ ਕਰ ਰਹੇ ਹਾਂ ਕਿਹਨੂੰ, ਮਾਈਕਰੋ ਕੰਟਰੋਲਰ ਨੂੰ। ਫਿਰ ਉਹ ਉਸ ਇਨਪੁਟ ਨੂੰ ਪ੍ਰੋਸੈਸ ਕਰਦਾ ਪਿਆ ਵੈ, ਪ੍ਰੋਸੈਸਿੰਗ ਕਰਕੇ ਫਿਰ ਉਹ ਕੀ ਕਰਦਾ ਵੈ, ਕੋਰਸਪੋਂਡਿੰਗ ਆਊਟਪੁੱਟ ਦਿੰਦਾ ਵੈ। ਜਿੱਦਾਂ ਆਪਣਾ ਟੈਂਪਰੇਚਰ ਮੋਨੀਟਰਿੰਗ ਸਿਸਟਮ ਸੀਗਾ, ਉਹਦੇ 'ਚੋਂ ਆਊਟਪੁੱਟ ਕਿਹਨੂੰ ਪ੍ਰੋਵਾਈਡ ਕਰ ਰਿਹਾ ਸੀਗਾ, डिस्पले ਨੂੰ। ਹੁਣ ਦੇਖੀਏ ਆਪਾਂ डिफरेंट टाइप्स ऑफ माइक्रो कंट्रोलर्स। ਅੱਜ ਦੀ ਮਾਰਕੀਟ 'ਚ ਬਹੁਤ ਤਰ੍ਹਾਂ ਦੇ ਮਾਈਕਰੋ ਕੰਟਰੋਲਰਸ ਅਵੇਲੇਬਲ ਹੈ। ਆਪਾਂ ਕੁਝ ਲਿਮਿਟਿਡ ਹੀ ਆਪਾਂ ਦੇਖਾਂਗੇ ਕਿਹੜੇ ਜਿਹੜੇ ਆਪਾਂ ਸਟੱਡੀ ਵੀ ਕਰ ਰਹੇ ਹਾਂ। ਨਾਲੇ ਜਿਹੜਾ ਬੇਸਿਕ ਮਾਈਕਰੋ ਕੰਟਰੋਲਰ ਹੈ ਉਹ 8051 ਹੈ, ਉਹਨੂੰ ਆਪਾਂ ਡਿਟੇਲ 'ਚ ਸਟੱਡੀ ਕਰਾਂਗੇ। ਇਹ ਜਿਹੜਾ ਫਸਟਲੀ ਮੈਨੂਫੈਕਚਰ ਹੋਇਆ ਸੀਗਾ ਇੰਟੈਲ ਦੁਆਰਾ 1981 ਵਿੱਚ। ਉਸ ਤੋਂ ਬਾਅਦ ਇਸ ਤੋਂ ਬਾਅਦ ਫਿਰ ਆਇਆ ਪਿਕ ਮਾਈਕਰੋ ਕੰਟਰੋਲਰ, ਪੈਰੀਫਰਲ ਇੰਟਰਫੇਸ ਕੰਟਰੋਲਰ, ਜੋ ਕਿ ਡਿਵੈਲਪ ਕੀਤਾ ਗਿਆ ਕਿਹਦੇ ਦੁਆਰਾ, ਮਾਈਕਰੋਚਿਪ ਟੈਕਨੋਲੋਜੀ ਦੁਆਰਾ। ਕਿੰਨੇ ਸਾਲ 'ਚ, 1993 ਵਿੱਚ। ਫਿਰ AVR ਦਾ ਮਾਈਕਰੋ ਕੰਟਰੋਲਰ ਆਇਆ, ਜਿਹਨੂੰ ਆਪਾਂ ਕਹਿੰਦੇ ਹਾਂ ਐਡਵਾਂਸਡ ਵਰਚੁਅਲ ਰਿਸਕ। ਤੁਹਾਨੂੰ ਦੱਸਿਆ ਸੀਗਾ AVR ਯੂਜ਼ ਕੀਤਾ ਜਾਂਦਾ ਵਾ ਆਰਡੂਨੋ ਬੋਰਡ 'ਚ। ਠੀਕ ਹੈ, ਇਹ ਡਿਵੈਲਪ ਕਿਹਨੇ ਕੀਤਾ ਸੀਗਾ, ਐਟਮਲ ਕਾਰਪੋਰੇਸ਼ਨ ਨੇ 1996 ਵਿੱਚ। ਫਿਰ ਆਪਣੇ ਕੋਲ ਆਇਆ NXP ਕੰਪਨੀ ਹੈ, ਇੱਕ NXP ਕੰਪਨੀ ਦਾ ਨਾਮ ਹੈ। ਇਹਨਾਂ ਨੇ ਡਿਵੈਲਪ ਕੀਤੇ ਆਰਮ ਬੇਸਡ ਮਾਈਕਰੋ ਕੰਟਰੋਲਰਸ। ਹੁਣ ਆਰਮ ਬੇਸਡ ਮਤਲਬ ਕੀ ਹੈ, ਆਰਮ ਇੱਕ ਪ੍ਰੋਸੈਸਰ ਹੈ ਜੋ ਕਿ ਕਾਫੀ ਅੱਜ ਕੱਲ੍ਹ ਯੂਜ਼ ਹੈ। ਆਰਮ ਦੀ ਫੁੱਲ ਫਾਰਮ ਹੈ ਐਡਵਾਂਸਡ ਰਿਸਕ ਮਸ਼ੀਨ। ਆਪਣੇ ਜਿੰਨੇ ਵੀ ਸਮਾਰਟਫੋਨਸ ਹੈ, ਸਮਾਰਟਫੋਨ 'ਚ ਜਿਹੜਾ ਪ੍ਰੋਸੈਸਰ ਲੱਗਿਆ ਹੁੰਦਾ ਵਾ, ਜਿਹੜਾ ਆਪਾਂ SoC ਦੀ ਗੱਲ ਕਰੀਏ, ਆਮ ਤੌਰ 'ਤੇ ਤੁਸੀਂ ਦੇਖੋਗੇ ਕੁਆਲਕॉम ਦਾ ਲੱਗਿਆ ਹੁੰਦਾ, ਕੁਆਲਕॉम ਕੰਪਨੀ ਦਾ, ਮੀਡੀਆਟੈਕ ਦਾ, ਜਾਂ ਫਿਰ ਐਪਲ ਜਾਂ ਸੈਮਸੰਗ ਆਪਣਾ ਕਈ ਵਾਰੀ ਡਿਵੈਲਪ ਕਰਦਾ ਵਾ। ਅਤੇ ਉਹ ਸਾਰੇ ਦੇ ਸਾਰੇ ਜਿੰਨੇ ਵੀ ਬੋਰਡ ਹੈ ਉਹ ਫੋਲੋ ਕਰਦੇ ਹੈ ਆਰਮ ਦੇ ਆਰਕੀਟੈਕਚਰ ਨੂੰ। ਠੀਕ ਹੈ, ਇਸ ਲਈ ਜਿਹੜਾ ਆਰਮ ਬੇਸਡ ਮਾਈਕਰੋ ਕੰਟਰੋਲਰ ਡਿਜ਼ਾਈਨ ਕੀਤਾ ਉਹ ਕਿੰਨੇ ਕੀਤਾ ਇੱਥੇ, NXP ਨੇ। ਅਤੇ ਇਹ ਆਪਣੇ ਕੁਛ ਮਾਈਕਰੋ ਕੰਟਰੋਲਰਸ ਹੈ 8051, ਪਿਕ, AVR ਅਤੇ NXP ਆਰਮ ਬੇਸਡ। ਇਸ ਤੋਂ ਇਲਾਵਾ ਹੋਰ ਵੀ ਬਹੁਤ ਮਾਈਕਰੋ ਕੰਟਰੋਲਰਸ ਅਵੇਲੇਬਲ ਹੈ ਮਾਰਕੀਟਸ, ਅਤੇ ਇਹਨਾਂ ਦੇ ਵੀ ਕਾਫੀ ਅੱਗੇ ਵਰਜ਼ਨ ਹੈ। ਜਿੱਦਾਂ 8051 ਦੇ ਵਰਜ਼ਨ ਆਪਾਂ ਸਟੱਡੀ ਕਰਾਂਗੇ ਅੱਗੇ। ਪਿਕ ਦੇ ਵੀ ਆਪਣੇ ਵਰਜ਼ਨ ਹੈ, ਕਾਫੀ ਨੰਬਰ ਹੈ ਇਹਦੇ। AVR ਦੇ ਵੀ ਕਾਫੀ ਵਰਜ਼ਨ ਆ ਜਾਂਦੇ ਹੈ, ਇੱਦਾਂ ਹੀ NXP ਦੇ ਵੀ ਕਾਫੀ ਵਰਜ਼ਨ ਆਉਂਦੇ ਹੈ। ਹੁਣ ਆਪਾਂ ਦੇਖਾਂਗੇ ਕਿ ਮਾਈਕਰੋ ਕੰਟਰੋਲਰ ਅਤੇ ਮਾਈਕਰੋ ਪ੍ਰੋਸੈਸਰ 'ਚ ਕੀ ਡਿਫਰੈਂਸ ਹੈ। ਮੈਂ ਤੁਹਾਨੂੰ ਕਿਹਾ ਕਿ ਦੋਨਾਂ ਦਾ ਕੰਮ ਸੇਮ ਹੈ, ਪ੍ਰੋਸੈਸਿੰਗ ਕਰਨਾ। ਦੋਨੋਂ ਸਮਾਲ ਇਨ ਸਾਈਜ਼ ਹੈ, ਮਾਈਕਰੋ ਵਰਡ ਆਪਾਂ ਇੱਥੇ ਯੂਜ਼ ਕੀਤਾ ਹੋਇਆ, ਲੇਕਿਨ ਕੁਛ ਡਿਫਰੈਂਸ ਜ਼ਰੂਰ ਰਹੇਗਾ ਦੋਵਾਂ 'ਚ। ਤਾਂ ਹੀ ਆਪਾਂ ਇੱਥੇ ਯੂਜ਼ ਕਰ ਰਹੇ ਹਾਂ ਮਾਈਕਰੋ ਕੰਟਰੋਲਰ ਵਰਡ ਅਤੇ ਮਾਈਕਰੋ ਪ੍ਰੋਸੈਸਰ ਵਰਡ। ਹੁਣ ਤੁਸੀਂ ਆਹ ਡਾਇਗਰਾਮ ਦੇਖੋਗੇ, ਲੈਫਟ ਹੈਂਡ ਸਾਈਡ 'ਤੇ ਮਾਈਕਰੋ ਕੰਟਰੋਲਰ ਡਾਇਗਰਾਮ ਲੱਗਿਆ ਹੋਇਆ। ਇੱਕ ਬਾਕਸ ਬਣਾਇਆ ਹੋਇਆ, ਬਾਕਸ ਦੇ ਅੰਦਰ ਕੀ ਲਿਖਿਆ ਹੋਇਆ, CPU, RAM, ROM, ਇਨਪੁਟ ਆਊਟਪੁੱਟ ਜੋ ਕਿ IO ਹੈ, ਟਾਈਮਰ ਅਤੇ ਸੀਰੀਅਲ ਪੋਰਟ। CPU ਤੁਹਾਨੂੰ ਪਤਾ ਹੀ ਹੈ ਸੈਂਟਰਲ ਪ੍ਰੋਸੈਸਿੰਗ ਯੂਨਿਟ ਹੈ ਜੋ ਪ੍ਰੋਸੈਸਿੰਗ ਕਰਦਾ ਵਾ। RAM ਮੈਮਰੀ ਹੈ, ਰੈਂਡਮ ਐਕਸੈਸ ਮੈਮਰੀ ਹੈ। ROM ਰੀਡ ਓਨਲੀ ਮੈਮਰੀ ਹੈ, ਅਤੇ ਅੱਗੇ ਕੀ ਹੈ, IO ਇਨਪੁਟ ਆਊਟਪੁੱਟ ਹੈ, ਟਾਈਮਰ ਅਤੇ ਸੀਰੀਅਲ ਪੋਰਟ ਹੈ। ਇਹ ਸਾਰੇ ਦੇ ਸਾਰੇ ਇੱਕ ਬਾਕਸ 'ਚ ਹੈ। ਇਹਦਾ ਮਤਲਬ ਕੀ ਹੈ ਕਿ
कि माइक्रो कंट्रोलर प्रोसैसिंग तो करता ही करता, नाल इहदे अंदर मैमरी भी हुंदी है, इनपुट आउटपुट भी हुंदे है, तो टाइमर भी लग्या हुंदा वा, तो सीरियल पोर्ट भी हुंदा वा। मीनस इहदे विच इनबिल्ट रैम है, रोम है, इनपुट आउटपुट पिनस है, टाइमर है, तो सीरियल पोर्ट है। लेकिन जब राइट हैंड साइड देखिए माइक्रो प्रोसैसर के बारे, माइक्रो प्रोसैसर देखा जाए सिर्फ CPU ही हुंदा वा इनबिल्ट, मीनस एक तरह का जनरल परपस प्रोसैसर है, ठीक है। तो लेकिन जी मैमरी की गल करिए, रैम रोम की या इनपुट आउटपुट पोर्ट्स की, टाइमर की, सीरियल पोर्ट की, ये सारे आप एक्सटर्नली कनैक्ट करते हैं, ठीक है। मीनस दोनों प्रोसैसिंग कर रहे हैं, दोनों का काम प्रोसैसिंग करना ही है, लेकिन डिफरेंस की है, माइक्रो कंट्रोलर इनबिल्ट मैमरी है, इनपुट आउटपुट पोर्ट्स है, टाइमर है, सीरियल पोर्ट है। लेकिन अब माइक्रो प्रोसैसर आप करते हैं, आप सारा कुछ एक्सटर्नली कनैक्ट करते हैं माइक्रो प्रोसैसर नाल। आप डिटेल दोनों का डिफरेंस देखते हैं थोड़ा। माइक्रो कंट्रोलर इज अ सिंगल चिप IC विच इंक्लूड्स प्रोसेसर अलॉन्ग विद मेमोरी इनपुट आउटपुट पोर्ट्स। मीनस एक सिंगल चिप IC है जिहदे प्रोसेसर भी लग्या हुआ है, मैमरी भी है, रैम रोम भी है, तो इनपुट आउटपुट पोर्ट्स भी है, इस अलावा टाइमर भी है, तो सीरियल पोर्ट भी है। फिर एज माइक्रो प्रोसेसर इज जस्ट अ प्रोसेसर, सो मेमरी इनपुट आउटपुट पोर्ट्स आर टू बी कनेक्टेड एक्सटर्नली। मीनस एक सिंपल एक प्रोसेसर है, ठीक है, मैमरी या इनपुट आउटपुट पोर्ट्स आप एक्सटर्नली नाल अटैच करते हैं। सैकेंड पॉइंट है माइक्रो कंट्रोलर के अंदर, सिंस मैमरी एंड पोर्ट्स आर इनबिल्ट सो द सर्किट इज स्मॉल। हुण मैमरी ते पोर्ट्स इनबिल्ट है, इको ही IC विच लगे हुआ सारा कुछ, मैमरी भी है, पोर्ट्स भी है, तो जो सर्किट हो की रहेगा स्मॉल हो जाएगा। लेकिन माइक्रो प्रोसेसर की होंदा है उस आप एक्सटर्नली कनैक्ट करते हैं, तो सर्किट की हो जाएगा अपना लार्ज। थर्ड पॉइंट अपना जी पावर कंजम्पशन है वो माइक्रो कंट्रोलर के केस लो रहेगी एज कंपेयर टू माइक्रो प्रोसैसर। फोर्थ पॉइंट की है अपना जो माइक्रो कंट्रोलर आप मान लो अपना सिस्टम जो कंपैक्ट चाहिए हुआ तो चाहते कि अपना सिस्टम है वो साइज स्मॉल रहे, तो आप यूज़ करते हैं उत्थे माइक्रो कंट्रोलर। लेकिन जो माइक्रो प्रोसैसर है वो आप कंपैक्ट सिस्टम आप यूज़ नहीं कर सकते। पंजवी अपनी एग्जाम्पल देखिए आप माइक्रो कंट्रोलर की, वो अपना 8051 हो गया, पिक हो गया, AVR हो गया। तो एग्जाम्पल है वो देखिए माइक्रो प्रोसैसर की, अपनी आ गई 8085 तो 8086। तुसी ऑलरेडी स्टडी कर चुके हो 8085 तो 8086 के बारे 4th सेमेस्टर। तो लास्ट अपना देखिए डिफरेंस दोनों जो माइक्रो कंट्रोलर आप स्पैसीफिक परपस वास्ते यूज़ करते हैं, तो जो माइक्रो प्रोसैसर वो आप जनरल परपस वास्ते यूज़ करते हैं। और नैक्सट अपना आता है वॉन न्यूमैन तो हार्वर्ड का जो आर्किटैक्चर है, दोवों की डिफरेंस है। जो वॉन न्यूमैन है इस की हैगा वा, इन दिस आर्किटैक्चर प्रोग्राम्स एंड डाटा आर स्टोर्ड इन द सेम मेमरी। हार्वर्ड्स की है इट हैज़ सैपरेट बसिस फॉर डाटा एंड इंस्ट्रक्शंस। ਇਹਦਾ मतलब की है कि जो वॉन न्यूमैन आर्किटैक्चर ਸੀਗਾ ਉਹ 'ਚ ਕੀ ਹੁੰਦਾ ਵਾ, ਉਹਦੇ 'ਚ डाटा ਤੇ प्रोग्राम ਇੱਕੋ ही मैमरी स्टोर किए जाते हैं। मीनस प्रोग्राम भी उसी मैमरी स्टोर होएगा तो डेटा भी उसी मैमरी स्टोर होएगा। लेकिन जो हार्वर्ड आर्किटैक्चर की है ये सैपरेट बसिस है डेटा तो इंस्ट्रक्शन वास्ते, मतलब कि अलग अलग दो मैमरीज है, डेटा जोड़ा वा अलग मैमरी स्टोर हो रहा है, जोड़ा अपना प्रोग्राम है वो अलग मैमरी स्टोर हो रहा है। वॉन न्यूमैन की है इट सिंपलीफाइज द डिज़ाइन एंड चीपर। ये डिज़ाइन है तो काफ़ी सिंपलीफाई है, काफ़ी सिंपल है एज़ कम्पेयर टू हार्वर्ड जब गल करिए, तो चीपर है एज़ कम्पेयर टू हार्वर्ड। थर्ड पॉइंट अपना डाटा ट्रांसफर्स एंड इंस्ट्रक्शन फैचेस कैनॉट बी डन एट द सेम टाइम इन केस ऑफ वॉन न्यूमैन आर्किटैक्चर। मीनस जब आप डाटा ट्रांसफर करना हो तो आप इंस्ट्रक्शन फैच करना हो आप सेम टाइम से दोनों चीज़ा आप नहीं कैरी ऑन कर सकते, क्योंकि अपने को एक ही मैमरी है जिस डाटा भी स्टोर है तो इंस्ट्रक्शन भी स्टोर है, क्योंकि सेम बसिस है तो डाटा को प्रोसैस कर रही हैं, तो सेम बसिस है जो कि प्रोग्राम को स्टोर कर रही हैं, आपको फैच कर रही हैं इंस्ट्रक्शंस को। तो हार्वर्ड की है आप दोनों एट अ टाइम आप परफॉर्म कर सकते हैं। मीनस आप डेटा भी ट्रांसफर कर सकते हैं तो उस टाइम पर आप इंस्ट्रक्शन भी फैच कर सकते हैं। हाँ डायग्राम देखो वॉन न्यूमैन तो हार्वर्ड का। वॉन न्यूमैन के केस आप शो किया है CPU नाल आप अटैच की मैमरी जिस डाटा तो कोड दोनों इको ही मैमरी च है, ठीक है। एक तरफ डाटा बस है, दूसरी तरफ एड्रैस बस है। तो एक साइड से जो
नीचे ਉਹਦੇ CPU ਦੇ ਉੱਪਰ ਅਟੈਚ ਕੀਤਾ ਹੋਇਆ ਕਿ ਨਾਲ ਉਹਨੂੰ IO ਡਿਵਾਈਸਿਸ ਨਾਲ, ਠੀਕ ਹੈ। ਤੇ ਹਾਰਡਵੇਅਰ ਦੇ ਗੱਲ ਕਰੀਏ, ਇੱਥੇ ਆਪਾਂ ਦੋ ਡਿਫਰੈਂਟ ਮੈਮਰੀ ਸ਼ੋ ਕੀਤੀ ਹੈ। ਉੱਪਰ ਦੇਖੋ, ਪ੍ਰੋਗਰਾਮ ਮੈਮਰੀ ਤੇ ਡਾਟਾ ਮੈਮਰੀ। ਮੀਨਸ ਪ੍ਰੋਗਰਾਮ ਵਾਸਤੇ ਅਲੱਗ ਮੈਮਰੀ ਹੈ ਤੇ ਡੇਟਾ ਵਾਸਤੇ ਅਲੱਗ ਮੈਮਰੀ ਹੈ। ਦੋਨਾਂ ਵਾਸਤੇ ਆਪਾਂ ਡਿਫਰੈਂਟ ਬੱਸਿਸ ਯੂਜ਼ ਕੀਤੀਆਂ ਵਾ CPU ਨਾਲ ਅਟੈਚ ਕਰਨ ਵਾਸਤੇ। ਤੇ ਨੀਚੇ ਦੇ ਸੇਮ ਉਹੀ ਹੈ, IO ਡਿਵਾਈਸਿਸ ਹੈ, ਠੀਕ ਹੈ। ਤਾਂ ਤੁਹਾਨੂੰ ਕਲੈਰਿਟੀ ਹੋ ਜਾਏਗੀ ਵੌਨ ਨਿਊਮੈਨ ਕੀ ਹੈ। ਵੌਨ ਨਿਊਮੈਨ ਜੇ ਆਪਾਂ ਇੱਕ ਹੀ ਮੈਮਰੀ ਯੂਜ਼ ਕਰ ਰਹੇ ਹਾਂ ਇੰਸਟਰਕਸ਼ਨ ਤੇ ਡੇਟਾ ਵਾਸਤੇ, ਆਪਾਂ ਉਹਨੂੰ ਕਹਾਂਗੇ ਵੌਨ ਨਿਊਮੈਨ ਆਰਕੀਟੈਕਚਰ ਹੈ। ਜੇ ਆਪਾਂ ਅਲੱਗ-ਅਲੱਗ ਮੈਮਰੀ ਯੂਜ਼ ਕਰ ਰਹੇ ਹਾਂ ਉਹਨੂੰ ਆਪਾਂ ਕਹਾਂਗੇ ਉਹ ਆਪਣਾ ਹਾਰਵਰਡ ਆਰਕੀਟੈਕਚਰ ਹੈ। ਹੁਣ ਅੱਗੇ ਆਪਣਾ ਆਉਂਦਾ ਵਾ ਰਿਸਕ ਤੇ ਸਿਸਕ ਵਿੱਚ ਡਿਫਰੈਂਸ। ਦੋ ਵਰਡ ਇੱਥੇ ਆਪਾਂ RISC ਤੇ CISC ਦੋਨਾਂ 'ਚ ਕੀ ਡਿਫਰੈਂਸ ਹੈ ਆਪਾਂ ਨੂੰ ਸਟੱਡੀ ਕਰਦੇ ਹਾਂ। ਪਹਿਲਾਂ ਆਪਾਂ ਫੁੱਲ ਫਾਰਮ ਦੇਖਦੇ ਹਾਂ। ਰਿਸਕ ਦੀ ਫੁੱਲ ਫਾਰਮ ਕੀ ਹੈ? ਰਿਡਿਊਸਡ ਇੰਸਟਰਕਸ਼ਨ ਸੈਟ ਕੰਪਿਊਟਰ। ਸਿਸਕ ਦੀ ਫੁੱਲ ਫਾਰਮ ਕੀ ਹੈ? ਕੰਪਲੈਕਸ ਇੰਸਟਰਕਸ਼ਨ ਸੈਟ ਕੰਪਿਊਟਰ। ਹੁਣ ਆਪਾਂ ਰਿਸਕ ਦੇਖੀਏ ਪਹਿਲੇ। ਰਿਸਕ ਕੀ ਹੁੰਦਾ ਵਾ ਕਿ ਨੰਬਰ ਆਫ ਇੰਸਟਰਕਸ਼ਨਸ ਕੀ ਹੈ? ਲੈਸ ਹੈ। ਹੁਣ ਨੇਮ ਤੋਂ ਕਲੀਅਰ ਹੈ। ਰਿਸਕ ਦੀ ਫੁੱਲ ਫਾਰਮ ਕੀ ਹੈ? ਰਿਡਿਊਸਡ ਇੰਸਟਰਕਸ਼ਨ ਸੈਟ ਕੰਪਿਊਟਰ। ਮੀਨਸ ਜਿਹੜਾ ਇੰਸਟਰਕਸ਼ਨ ਸੈਟ ਹੈ ਰਿਸਕ ਬੇਸ ਜਿਹੜਾ ਆਪਣਾ ਆਰਕੀਟੈਕਚਰ ਹੈ ਇਹ 'ਚ ਕੀ ਹੋਏਗਾ? ਇੰਸਟਰਕਸ਼ਨ ਸੈਟ ਕੀ ਹੈ? ਰਿਡਿਊਸਡ ਹੈ। ਮੀਨਸ ਘਟਾਤਾ ਗਿਆ ਵਾ। ਮੀਨਸ ਜਿਹੜਾ ਨੰਬਰ ਆਫ ਇੰਸਟਰਕਸ਼ਨਸ ਉਹ ਆਪਣੀ ਕੀ ਹੈ? ਘੱਟ ਹੈ। ਲੇਕਿਨ ਸਿਸਕ ਵਿੱਚ ਕੀ ਹੈ? ਇੰਸਟਰਕਸ਼ਨਸ ਨੰਬਰ ਆਫ ਇੰਸਟਰਕਸ਼ਨਸ ਕੀ ਹੈ? ਜ਼ਿਆਦਾ ਹੈ। ਹੁਣ ਰਿਸਕ ਵਿੱਚ ਐਮਫੈਸਿਸ ਕੀਤਾ ਜਾਂਦਾ ਵਾ ਸੌਫਟਵੇਅਰ ਤੇ ਸਿਸਕ ਵਿੱਚ ਕੀਤਾ ਜਾਂਦਾ ਵਾ ਹਾਰਡਵੇਅਰ ਤੇ। ਰਿਸਕ ਵਿੱਚ ਰਜਿਸਟਰਸ ਜਿਹੜੇ ਉਹ ਜ਼ਿਆਦਾ ਹੁੰਦੇ ਆ ਐਜ਼ ਕੰਪੇਅਰ ਟੂ ਸਿਸਕ ਵਿੱਚ। ਤੇ ਰਿਸਕ ਵਿੱਚ ਆਪਣੇ ਕੋਲ ਸਿੰਗਲ ਸਾਈਕਲ ਇੰਸਟਰਕਸ਼ਨਸ ਅਵੇਲੇਬਲ ਹੁੰਦੀਆਂ ਵਾ। ਮੈਂ ਸਾਰੀ ਇੰਸਟਰਕਸ਼ਨਸ ਇੱਕ ਹੀ ਸਾਈਕਲ 'ਚ ਐਗਜ਼ੀਕਿਊਟ ਹੁੰਦੀਆਂ ਵਾ, ਇੱਕ ਸੇਮ ਹੀ ਸਾਈਕਲ ਰਹੇਗਾ ਉਹਨਾਂ ਦਾ। ਲੇਕਿਨ ਜਿਹੜਾ ਸਿਸਕ ਆਰਕੀਟੈਕਚਰ ਹੋਏਗਾ ਉਹ 'ਚ ਜਿਹੜੇ ਇੰਸਟਰਕਸ਼ਨਸ ਹੈ ਉਹ ਜ਼ਿਆਦਾ ਸਾਈਕਲਸ ਵੀ ਲੈ ਸਕਦੇ ਆ ਆਪਣੀ ਪ੍ਰੋਸੈਸਿੰਗ ਕਰਨ ਵਾਸਤੇ। ਪਾਈਪਲਾਈਨਿੰਗ ਜਿਹੜੀ ਹੈ ਉਹ ਰਿਸਕ ਵਿੱਚ ਆਸਾਨ ਹੋ ਜਾਂਦੀ ਹੈ ਐਜ਼ ਕੰਪੇਅਰ ਟੂ ਸਿਸਕ। ਹੁਣ ਆਪਾਂ ਗੱਲ ਕਰੀਏ ਮਾਈਕਰੋ ਕੰਟਰੋਲਰਸ ਦੇ ਬਾਰੇ। ਆਪਾਂ 4 ਦੇਖੇ ਸੀਗੇ ਪਿੱਛੇ। ਹੁਣ ਜਿਹੜਾ 8051 ਆਪਣਾ ਬੇਸਿਕ ਮਾਈਕਰੋ ਕੰਟਰੋਲਰ ਹੈ ਉਹ ਸਿਸਕ ਬੇਸਡ ਹੈ। ਮੀਨਸ ਉਹ 'ਚ ਨੰਬਰ ਆਫ ਇੰਸਟਰਕਸ਼ਨ ਜ਼ਿਆਦਾ ਹੈ ਤੇ ਉਹ 'ਚ ਜਿਹੜੇ ਰਜਿਸਟਰਸ ਹੈ ਉਹ ਘੱਟ ਹੈ, ਠੀਕ ਹੈ। ਤੇ ਪਾਈਪਲਾਈਨਿੰਗ ਉਹ 'ਚ ਪੋਸੀਬਲ ਨਹੀਂ ਹੈ, ਮੀਨਸ ਡਿਫੀਕਲਟ ਹੈ। ਤੇ ਜੇ ਆਪਾਂ ਗੱਲ ਕਰੀਏ PIC AVR ਤੇ NXP ਆਰਮ ਬੇਸਡ ਮਾਈਕਰੋ ਕੰਟਰੋਲਰਸ ਦੀ, ਇਹ ਆਪਣੇ ਰਿਸਕ ਬੇਸਡ ਹੈ। ਮੀਨਸ ਇਹਨਾਂ 'ਚ ਨੰਬਰ ਆਫ ਇੰਸਟਰਕਸ਼ਨਸ ਘੱਟ ਹੋਣਗੀਆਂ ਲੇਕਿਨ ਜਿਹੜੇ ਨੰਬਰ ਆਫ ਰਜਿਸਟਰਸ ਉਹ ਜ਼ਿਆਦਾ ਹੋਣਗੇ ਤੇ ਸਾਰੀਆਂ ਇੰਸਟਰਕਸ਼ਨਸ ਇੱਕੋ ਸਾਈਕਲ 'ਚ ਹੀ ਐਗਜ਼ੀਕਿਊਟ ਹੋਣਗੀਆਂ। ਤੇ ਪਾਈਪਲਾਈਨਿੰਗ ਵਿੱਚ ਈਜ਼ੀ ਹੈ। ਮੀਨਸ ਪਾਈਪਲਾਈਨਿੰਗ ਪੋਸੀਬਲ ਹੈ ਤੇ ਪਾਈਪਲਾਈਨਿੰਗ ਦਾ ਕੰਸੈਪਟ ਕਾਫੀ ਯੂਜ਼ ਕੀਤਾ ਜਾਂਦਾ ਹੈ। ਆਪਾਂ ਅੱਗੇ ਫਰਦਰ ਸਟੱਡੀ ਕਰਾਂਗੇ ਜਦੋਂ ਆਪਾਂ PIC ਮਾਈਕਰੋ ਕੰਟਰੋਲਰ ਸਟੱਡੀ ਕਰਾਂਗੇ ਉਹ 'ਚ ਆਪਾਂ ਪਾਈਪਲਾਈਨਿੰਗ ਦਾ ਕੰਸੈਪਟ ਡਿਟੇਲ ਸਟੱਡੀ ਕਰਾਂਗੇ। ਹੁਣ ਆਪਾਂ ਦੇਖਦੇ ਹਾਂ ਸਮਰੀ ਅਸੀਂ ਕੀ ਇਸ ਅੱਜ ਦੀ ਵੀਡੀਓ 'ਚ ਆਪਾਂ ਸਟੱਡੀ ਕੀਤਾ ਵਾ। Embedded system is a combination of hardware and software which is designed to perform a specific task. Means embedded system combination है हार्डवेयर और सॉफ्टवेयर का जो कि आप डिज़ाइन करते हैं एक पर्टिकुलर टास्क वास्ते। A microcontroller is different from a microprocessor. It includes processor along with memory, input-output ports, timers, etc. Means microcontroller different है microprocessor तो दोनों different है। आपस ਮਾਈਕਰੋ ਕੰਟਰੋਲਰ ਦਾ ਕੰਮ ਪ੍ਰੋਸੈਸਿੰਗ ਕਰਨਾ ਤਾਂ ਹੈ ਹੀ ਹੈ, ਨਾਲ ਕੀ ਲੱਗਿਆ ਹੁੰਦਾ ਵਾ? ਮੈਮਰੀ ਲੱਗੀ ਹੁੰਦੀ ਹੈ ਇਹਦੇ ਅੰਦਰ, ਇਨਪੁਟ ਆਊਟਪੁੱਟ ਪੋਰਟਸ ਹੁੰਦੇ ਆ ਇਹਦੇ 'ਚ, ਟਾਈਮਰਸ ਹੁੰਦੇ ਆ ਤੇ ਹੋਰ ਕਾਫੀ ਕੁਝ ਹੋ ਸਕਦਾ ਐਟਸੈਟਰਾ। von Neumann architecture has single memory for data and instructions whereas Harvard architecture has different memories for data and instructions. von Neumann ਵਿੱਚ ਕੀ ਹੈ? ਇੱਕੋ ਹੀ ਮੈਮਰੀ ਹੁੰਦੀ ਹੈ ਡੇਟਾ ਤੇ ਇੰਸਟਰਕਸ਼ਨਸ ਵਾਸਤੇ, ਲੇਕਿਨ ਹਾਰਵਰਡ 'ਚ ਕੀ ਹੁੰਦਾ ਵਾ? ਅਲੱਗ-ਅਲੱਗ ਦੋ ਮੈਮਰੀ ਹੁੰਦੀਆਂ ਵਾ ਡੇਟਾ ਤੇ ਇੰਸਟਰਕਸ਼ਨ ਵਾਸਤੇ। RISC-based microcontrollers have less number of instructions as compared to CISC-based microcontrollers. ठीक है। ਹੁਣ ਤੁਸੀਂ ਅੱਜ ਦੀ ਵੀਡੀਓ ਰਾਹੀਂ ਕੁਝ ਕੁਐਸਚਨਸ ਦੇਖ ਸਕਦੇ ਹੋ। ਜਿੱਦਾਂ ਪਹਿਲਾ ਕੁਐਸਚਨ ਹੈ ਡਿਫਾਈਨ ਇੰਬੈਡਡ ਸਿਸਟਮਸ, ਜੋ ਆਪਾਂ ਅੱਜ ਦੀ ਵੀਡੀਓ ਸਟੱਡੀ ਕਰ ਚੁੱਕੇ ਹਾਂ। ਫਿਰ ਉਸ ਤੋਂ ਬਾਅਦ ਆਪਾਂ ਕੀਤਾ ਸੀਗਾ what are the applications of embedded systems, and then explain the overview of microcontroller. फिर fourth question differentiate between microprocessor and microcontroller.
फिफ्थ क्वेश्चन differentiate between von Neumann and Harvard architecture, and sixth question differentiate between RISC and CISC architecture। ਤਾਂ ਤੁਹਾਨੂੰ ਇਹ ਸਾਰੇ ਕੁਐਸਚਨਸ ਤੇ ਆਨਸਰਸ ਕਲੀਅਰ ਹੋ ਜਾਣੇ ਚਾਹੀਦੇ ਹੁਣ ਇਸ ਵੀਡੀਓ ਰਾਹੀਂ। ਤੇ ਨੈਕਸਟ ਵੀਡੀਓ 'ਚ ਆਪਾਂ 8051 ਦੇ ਬਾਰੇ ਸਟਾਰਟ ਕਰਾਂਗੇ।